ਯੈਸ ਬੇਟੇ, ਜ਼ਫ਼ਰਨਾਮਾ ਇਕਾਂਗੀ ਆਪਾਂ ਕੱਲ ਰੀਡਿੰਗ ਕੀਤੀ ਕਿ ਡਾਕਟਰ ਹਰਚਰਨ ਸਿੰਘ ਦਾ ਲਿਖਿਆ ਹੋਇਆ ਹੈ। ਇਸ ਜ਼ਫ਼ਰਨਾਮਾ ਦਾ ਮਤਲਬ ਹੁੰਦਾ ਹੈ ਕਿ ਇੱਕ ਖਤ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਔਰੰਗਜ਼ੇਬ ਸ਼ਹਿਨਸ਼ਾਹ ਨੂੰ ਲਿਖਿਆ ਗਿਆ। ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ ਦਾ ਸਮਕਾਲੀ ਮੁਗਲ ਐਂਪਰਰ ਹੋਇਆ, ਮੁਗਲ ਬਾਦਸ਼ਾਹ, ਜਿਸ ਦੇ ਤੋਂ ਆਪਣੇ ਰਾਜ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋ ਗਈਆਂ। ਉਹਨਾਂ ਗਲਤੀਆਂ ਦਾ ਜਦੋਂ ਇਸ ਨੂੰ ਪਤਾ ਲੱਗਦਾ ਹੈ, ਇਸ ਖਤ ਦੇ ਰਾਹੀਂ, ਜ਼ਫ਼ਰਨਾਮਾ ਉਰਦੂ ਫਾਰਸੀ ਦਾ ਸ਼ਬਦ ਹੈ, ਨਾਮਾ ਪਿਛੇਤਰ ਲੱਗਿਆ ਹੋਇਆ। ਜ਼ਫਰ ਉਸਦੇ ਕੀਤੇ ਜ਼ੁਲਮ, ਉਸਦੇ ਕੀਤੇ ਗੁਨਾਹ ਉਸ ਨੂੰ ਯਾਦ ਕਰਵਾਏ ਗਏ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭੇਜਿਆ ਗਿਆ ਇਹ ਖਤ ਕਿਹਦੇ ਥਰੂ, ਕਿਹਦੇ ਰਾਹੀਂ? ਭਾਈ ਦਇਆ ਰਾਮ ਜੀ ਦੇ ਰਾਹੀਂ ਇਹ ਖਤ ਭੇਜਿਆ ਗਿਆ ਹੈ। ਇਕਾਂਗੀ ਦੇ ਸ਼ੁਰੂ ਵਿੱਚ ਉਸਨੂੰ ਆਵਾਜ਼ਾਂ ਆਉਂਦੀਆਂ ਸ਼ਾਹੀ ਮਹਿਲ ਦੇ ਅੰਦਰ। ਜਦੋਂ ਅੰਦਰ ਬੈਠਾ ਹੈ, ਉਹਨੇ ਕਦੇ ਲੱਗਦਾ ਕਿ ਜ਼ਿੰਦਗੀ ਨੂੰ ਮਾਨਿਆ ਹੀ ਨਹੀਂ, ਸਿਰਫ ਉਹਨੂੰ ਹਕੂਮਤ ਦੇ ਨਸ਼ੇ ਦੀ ਹਵਸ ਹੈ। ਉਹਨੂੰ ਜਦੋਂ ਆਵਾਜ਼ਾਂ ਆਉਂਦੀਆਂ ਤੇ ਉਹਨੂੰ ਲੱਗਦਾ ਹੈ ਕਿ ਮੇਰੀ ਮਰਜ਼ੀ ਦੇ ਮੁਤਾਬਿਕ ਕੁਝ ਹੋ ਹੀ ਨਹੀਂ ਰਿਹਾ, ਸਭ ਕੁਝ ਮੇਰੀ ਮਰਜ਼ੀ ਦੇ ਖਿਲਾਫ ਹੋ ਰਿਹਾ। ਪਰਮਾਤਮਾ ਮੈਨੂੰ ਭੁੱਲ ਗਿਆ, ਪਰਮਾਤਮਾ ਵੀ ਮੇਰਾ ਸਾਥ ਨਹੀਂ ਦੇ ਰਿਹਾ। ਸ਼ਾਹੀ ਮਹਿਲ ਦੇ ਅੰਦਰ ਰਾਗ ਰੰਗ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਜਿਹੜੀਆਂ ਉਹਨੂੰ ਪਸੰਦ ਨਹੀਂ ਹੈ। ਉਹਨੂੰ ਗੁੱਸੇ ਵਿੱਚ ਆਉਂਦਾ ਹੈ, ਜਦਕਿ ਆਵਾਜ਼ ਆਉਂਦੀ ਕਿ ਜ਼ਿੰਦਗੀ ਇੱਕ ਰੰਗ ਤਮਾਸ਼ਾ ਹੈ। ਇਹ ਵਨ ਵਰਡ ਕੁਐਸਚਨ ਨੋਟ ਕਰ ਲਓ ਕਿ ਆਵਾਜ਼ ਕੀ ਆਉਂਦੀ ਕਿ ਜ਼ਿੰਦਗੀ ਕੀ ਹੈ, ਇੱਕ ਰੰਗ ਤਮਾਸ਼ਾ ਹੈ, ਜਿਸ ਨੂੰ ਔਰੰਗਜ਼ੇਬ ਨੇ ਕਦੀ ਮੰਨਿਆ ਹੀ ਨਹੀਂ। ਇਹ ਇਕਾਂਗੀ ਦੇ ਸ਼ੁਰੂ ਵਿੱਚ ਹੀ ਹੈ ਜਦੋਂ ਪਰਦਾ ਉੱਠਾ ਹੈ। ਇਸੇ ਕਾਰਨ ਉਸਦਾ ਸੁਭਾਅ ਸਖਤ ਹੈ। ਉੱਚੀ ਉੱਚੀ ਹੱਸਣ ਦੀ ਕਦੀ ਆਵਾਜ਼ ਆਉਂਦੀ ਹੈ, ਕਦੇ ਉਸਨੂੰ ਲੱਗਦਾ ਕਿ ਉਸਦੇ ਅਹਿਲਕਾਰ, ਉਸਦੇ ਸੂਬੇਦਾਰ, ਉਸਦੇ ਜਿਹੜੇ ਹੋਰ ਧਾਰਮਿਕ ਆਗੂ ਸਭ ਹੀ ਹੱਸ ਰਹੇ ਨੇ, ਜਿਹੜੀ ਉਸਦੀ ਮੌਤ ਦਾ ਇੰਤਜ਼ਾਰ ਕਰ ਰਹੇ ਨੇ। ਫਿਰ ਉਹਦੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਨੇ। ਫਿਰ ਆਵਾਜ਼ ਉਹਨੂੰ ਯਾਦ ਕਰਾਉਂਦੀ ਕਿ ਉਸਨੇ ਤਾਂ ਕਦੇ ਆਪਣੇ ਪਿਤਾ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤਾ। ਪਿਤਾ ਸ਼ਾਹਜਹਾਨ, ਨੋਟ ਕਰੋ, ਪਿਤਾ ਸ਼ਾਹਜਹਾਨ ਦੀ ਮੌਤ ਦਾ ਇੰਤਜ਼ਾਰ ਨਹੀਂ ਸੀ ਕੀਤਾ। ਉਸਨੂੰ ਲੱਗਦਾ ਅਜਿਹਾ ਕਰਕੇ ਉਸਨੇ ਗਲਤੀ ਕੀਤੀ ਸੀ। ਆਵਾਜ਼ ਆਉਂਦੀ ਹੈ ਕਿ ਹੁਣ ਉਸਦੀ ਗਲਤੀ ਦੁਹਰਾਈ ਜਾਵੇਗੀ। ਅਜਿਹੀਆਂ ਆਵਾਜ਼ਾਂ ਸੁਣ ਕੇ ਉਸਦਾ ਅੰਦਰ ਝੰਜੋੜਿਆ ਗਿਆ, ਪਰੇਸ਼ਾਨ ਹੋ ਗਿਆ ਤੇ ਉਹ ਸੋਚਦਾ ਹੈ ਕਿ 50 ਸਾਲ, ਸੋਚਦਾ ਵੀ ਕੀ ਹੈ ਕਿ ਆਵਾਜ਼ ਹੀ ਉਹਨੂੰ ਇਹ ਯਾਦ ਕਰਾਉਂਦੀ ਕਿ 50 ਸਾਲ ਉਹਨੇ ਲੋਕਾਂ ਦਾ ਚੈਨ ਖੋਇਆ ਹੈ। ਆਵਾਜ਼ ਆਉਂਦੀ ਹੈ ਕਿ ਦੂਰੋਂ ਉਸ ਨੂੰ ਸਤਿ ਸ੍ਰੀ ਅਕਾਲ ਦੇ ਨਾਅਰੇ ਸੁਣਾਈ ਦਿੰਦੇ ਹਨ। ਕੀ ਨਾਅਰੇ ਸੁਣਾਈ ਦਿੰਦੇ ਨੇ ਕਿ ਪੰਜਾਬ ਵਿੱਚ ਸਿੰਘ ਸੂਰਮੇ ਇਕੱਠੇ ਹੋ ਗਏ ਨੇ। ਖਿਦਰਾਣੇ ਦੀ ਢਾਬ ਉੱਤੇ ਮੁਗਲ ਫੌਜਾਂ ਨੂੰ ਹਰਾ ਦਿੱਤਾ ਗਿਆ ਹੈ। ਸਤਨਾਮੀ ਸਾਧੂ ਵੀ ਜ਼ੋਰ ਜ਼ੁਲਮ ਦੇ ਵਿਰੁੱਧ ਲੜ ਰਹੇ ਹਨ, ਆਵਾਜ਼ਾਂ ਬੁਲੰਦ ਕਰ ਰਹੇ ਹਨ। ਹੋਰ ਸਟੇਟਸ ਜਿਵੇਂ ਮਹਾਰਾਸ਼ਟਰ ਵਿੱਚ ਵੀ ਬਗਾਵਤ ਸ਼ੁਰੂ ਹੋ ਗਈ ਹੈ। ਆਵਾਜ਼ ਉਸਨੂੰ ਇਸ ਦਾ ਜ਼ਿੰਮੇਵਾਰ ਕਿਹਨੂੰ ਠਹਿਰਾਉਂਦੀ ਹੈ? ਔਰੰਗਜ਼ੇਬ ਨੂੰ, ਕਿ ਇਸ ਸਭ ਦਾ ਮੁਗਲ ਸਲਤਨਤ ਇਸ ਹਾਲਤ ਦੀ ਜ਼ਿੰਮੇਵਾਰ ਹੈ, ਜਿਹੜੀ ਹਾਲਤ ਅੱਜ ਬਣ ਗਈ ਹੈ, ਜਿਹੜੀ ਸਥਿਤੀ ਬਣੀ ਹੈ। ਅਸਲ ਵਿੱਚ ਹਕੂਮਤ ਦੀਆਂ ਨੀਹਾਂ ਤਾਂ ਹੀ ਪੱਕੀਆਂ ਹੁੰਦੀਆਂ ਨੇ ਜੇਕਰ ਅਸ਼ੋਕ ਅਤੇ ਅਕਬਰ ਦੇ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਜਾਏ, ਤਾਂ ਜਿਹੜੀਆਂ ਹਕੂਮਤ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ ਨੇ, ਪੱਕੀਆਂ ਹੁੰਦੀਆਂ ਨੇ। ਪਰ ਉਹ ਤਾਂ ਕਹਿੰਦਾ ਹੈ, ਉਹ ਆਵਾਜ਼ ਸੁਣ ਕੇ, ਆਵਾਜ਼ ਦੀਆਂ ਜਿਹੜੀਆਂ ਅਜਿਹੀਆਂ ਗੱਲਾਂ, ਮੀਨਸ ਆਵਾਜ਼ ਕੀ ਹੈ, ਇੱਕ ਭਿਆਨਕ ਉਸਨੂੰ ਸੁਪਨਾ ਹੈ। ਇਹ ਸੋਚਦਾ ਕਿ ਮੈਂ ਤਾਂ ਸਾਰੀ ਜ਼ਿੰਦਗੀ ਬੜੀ ਇਮਾਨਦਾਰੀ, ਦਿਆਨਤਦਾਰੀ ਨਾਲ ਲੋਕਾਂ ਦੀ ਬਿਹਤਰੀ ਦੇ ਧਿਆਨ ਦੇ ਵਿੱਚ ਰੱਖ ਕੇ ਮੈਂ ਤਾਂ ਕੰਮ ਕਰਦਾ ਰਿਹਾ, ਪਰ ਅਜਿਹਾ ਕਿਉਂ? ਇਸ ਦੌਰਾਨ ਉਸਦੀ ਮਾਨਸਿਕਤਾ ਨੂੰ ਸੱਟ ਵੱਜਦੀ ਹੈ। ਉਹ ਮਾਨਸਿਕਤਾ ਨੂੰ ਜਦੋਂ ਸੱਟ ਵੱਜਦੀ ਹੈ ਤਾਂ ਉਹ ਧੱਕਾ ਖਾ ਕੇ ਡਿੱਗਣ ਲੱਗਦਾ। ਤਾਂ ਇਸ ਸਮੇਂ ਐਂਟਰੀ ਹੁੰਦੀ ਹੈ ਉਸਦੀ ਬੇਟੀ ਜ਼ੀਨਤ ਉਨ ਨਿਸਾ, ਉਸਦੀ ਬੇਟੀ ਹੈ, ਜੋ ਕਿ ਬਹੁਤ ਹੀ ਪਿਆਰੀ ਬੇਟੀ ਹੈ, ਜੋ ਕਿ ਮਨੋਂ ਆਪਣੇ ਪਿਤਾ ਦੀ ਸੇਵਾ ਕਰਦੀ ਹੈ ਤੇ ਉਹ ਆ ਕੇ ਆਪਣੇ ਪਿਤਾ ਨੂੰ, ਡਿੱਗਦੇ ਹੋਏ ਪਿਤਾ ਨੂੰ ਸੰਭਾਲਦੀ ਹੈ। ਔਰੰਗਜ਼ੇਬ ਉਸ ਸਮੇਂ ਵੀ ਬੇਹੋਸ਼ੀ ਦੀ ਹਾਲਤ ਵਿੱਚ ਕੀ ਕਹਿ ਰਿਹਾ? ਮੈਨੂੰ ਨਾ ਮਾਰੋ, ਮੈਨੂੰ ਨਾ ਮਾਰੋ। ਔਰੰਗਜ਼ੇਬ ਜਦੋਂ ਥੋੜਾ ਜਿਹਾ ਹੋਸ਼ ਵਿੱਚ ਆਉਂਦਾ ਹੈ ਤੇ ਉਸਨੂੰ ਪੁੱਛਦਾ ਹੈ ਕਿ ਉਹ ਉਸਦੀ ਆਗਿਆ ਤੋਂ ਬਿਨਾਂ ਕਿਵੇਂ ਆ ਗਈ, ਇੱਥੇ ਅੰਦਰ ਐਂਟਰ ਕਰ ਗਈ। ਕੀ ਦੱਸਦੀ ਹੈ ਕਿ ਚੀਕਾਂ ਅਜਿਹੀਆਂ ਦਰਦਨਾਕ ਸਨ ਪਿਤਾ ਦੀਆਂ, ਜਿਹੜੀਆਂ ਸਹਿਣ ਨਹੀਂ ਹੋਈਆਂ। ਫਿਰ ਇਸ ਦੇ ਦੌਰਾਨ ਕੀ ਪਤਾ ਚੱਲਦਾ ਕਿ ਬੇਗਮ ਉਦੈਪੁਰੀ, ਜੋ ਕਿ ਔਰੰਗਜ਼ੇਬ ਦੀ ਤੀਸਰੀ ਪਤਨੀ ਹੈ, ਉਸਨੇ ਹੀ ਉਸਨੂੰ ਇਹ ਯਾਦ ਕਰਾਇਆ ਕਿ ਪਿਤਾ ਦੀ ਹਾਲਤ ਹੈ ਜਿਹੜੀ ਉਹ ਫਿਕਰਮੰਦ ਕਰ ਦੇਣ ਵਾਲੀ ਹੈ।
ਇਸੇ ਦੌਰਾਨ ਹੀ ਉਸਨੂੰ ਯਾਦ ਆਇਆ ਕਿ ਮੈਨੂੰ ਲੱਗਦਾ ਹੈ ਕਿ ਨਮਾਜ਼ ਦਾ ਵਕਤ ਹੋ ਗਿਆ ਹੈ, ਕਿਉਂਕਿ ਸਵੇਰ ਦਾ ਸਮਾਂ ਹੋ ਚੁੱਕਾ ਹੈ। ਉਹਨੂੰ ਲੱਗਦਾ ਕਿ ਨਮਾਜ਼ ਦਾ ਵਕਤ ਤਾਂ ਉਹਨੇ ਕਦੀ ਜੰਗ ਦੇ ਦੌਰਾਨ, ਕਦੇ ਲੜਾਈਆਂ ਦੇ ਦੌਰਾਨ ਨਹੀਂ ਖੁੰਝਾਇਆ, ਤੇ ਇਹ ਕਿਸ ਤਰ੍ਹਾਂ ਹੋ ਗਿਆ? ਸਭ ਕੁਝ ਔਰੰਗਜ਼ੇਬ ਬੇਟੀ ਨੂੰ ਦੱਸਦਾ ਕਿ ਉਸਨੂੰ ਇੱਕ ਭਿਆਨਕ ਤੇ ਡਰਾਵਨਾ ਸੁਪਨਾ ਸੀ, ਜਿਸ ਵਿੱਚ ਉਸਨੂੰ ਆਵਾਜ਼ ਆਈ ਹੈ ਕਿ ਉਸਨੂੰ ਅਜਿਹੀਆਂ ਗੱਲਾਂ ਦੁਹਰਾਈਆਂ ਗਈਆਂ ਨੇ ਜਿਨ੍ਹਾਂ ਦੇ ਬਾਰੇ ਉਹਨੇ ਕਦੀ ਸੋਚਿਆ ਵਿਚਾਰਿਆ ਵੀ ਨਹੀਂ ਹੈ। ਉਹ ਉਸਨੂੰ ਕਹਿੰਦਾ ਕਿ ਮੈਨੂੰ ਮਸਜਿਦ ਵੱਲ ਲੈ ਚੱਲ। ਫਿਰ ਜ਼ੀਨਤ ਬੇਟੀ ਹੈ ਜਿਹੜੀ ਆਪਣੇ ਪਿਤਾ ਔਰੰਗਜ਼ੇਬ ਨੂੰ ਮਸਜਿਦ ਵੱਲ ਲੈ ਕੇ ਜਾਂਦੀ ਹੈ ਨਮਾਜ਼ ਦੇ ਸਮੇਂ ਲਈ। ਇਸੇ ਦੌਰਾਨ ਆਪਾਂ ਕੱਲ ਇੱਥੋਂ ਤੱਕ ਐਂਟਰੀ ਕੀਤੀ, ਇਸੇ ਦੌਰਾਨ ਐਂਟਰੀ ਹੁੰਦੀ ਹੈ ਕਿਹਦੀ? ਸ਼ਾਹੀ ਹਕੀਮ ਦੀ। ਸ਼ਾਹੀ ਹਕੀਮ ਨੂੰ ਕਿਸ ਵੱਲੋਂ ਬੁਲਾਇਆ ਗਿਆ? ਬੇਗਮ ਉਦੈਪੁਰੀ ਵੱਲੋਂ। ਬੇਗਮ ਉਦੈਪੁਰੀ ਕੌਣ ਹੈ? ਔਰੰਗਜ਼ੇਬ ਦੀ ਤੀਸਰੀ ਪਤਨੀ, ਜੋ ਕਿ ਬਹੁਤ ਧਿਆਨ ਰੱਖਦੀ ਹੈ ਔਰੰਗਜ਼ੇਬ ਦਾ, ਬਜ਼ੁਰਗ ਏਜ ਦੇ ਵਿੱਚ, ਕਿਉਂਕਿ ਏਜ ਹੁਣ ਜਿਹੜੀ ਹੈ ਉਹ 60 ਤੋਂ ਉੱਪਰ ਹੋ ਚੁੱਕੀ ਹੈ। ਸੂਬੇਦਾਰ ਅਸਦ ਖਾਨ ਵੀ ਆ ਜਾਂਦਾ ਹੈ, ਸੂਬੇਦਾਰ ਵੀ ਹੈ। ਆਹਲਾ ਅਹਿਲਕਾਰ। ਆਹਲਾ ਅਹਿਲਕਾਰ ਦਾ ਮਤਲਬ ਹੁੰਦਾ ਹੈ ਵੀ ਉਰਦੂ ਫਾਰਸੀ ਦਾ ਸ਼ਬਦ ਹੈ ਵੱਡਾ ਅਧਿਕਾਰੀ ਹੈ, ਜਿਸ ਤੇ ਔਰੰਗਜ਼ੇਬ ਨੂੰ ਬਹੁਤ ਹੀ ਅੰਨਾ ਵਿਸ਼ਵਾਸ ਹੈ, ਬਲਾਈਂਡ ਫੇਥ ਕਰਦੇ ਹੈ, ਕਿਉਂਕਿ ਉਹਦਾ ਬਹੁਤ ਹੀ ਅੱਛਾ ਸਲਾਹਕਾਰ ਹੈ ਕਿ ਉਹਨੂੰ ਲੱਗਦਾ ਹੈ ਕਿ ਜਿਹੜਾ ਵੀ ਮੇਰੇ ਅੰਦਰ ਦੀ ਗੱਲ ਹੈ ਨਾ, ਮੈਂ ਇਹਦੇ ਨਾਲ ਸ਼ੇਅਰ ਕਰ ਸਕਦਾ, ਇਹ ਮੈਨੂੰ ਸਹੀ ਸਲਾਹ ਦੇਗਾ। ਇਸੇ ਦੌਰਾਨ ਹੀ ਕੌਣ ਐਂਟਰ ਕਰਦਾ ਹੈ? ਸ਼ਾਹੀ ਹਕੀਮ। ਸ਼ਾਹੀ ਹਕੀਮ ਨੂੰ ਕਿਹਦੇ ਦੁਆਰਾ ਬੁਲਾਇਆ ਗਿਆ? ਬੇਗਮ ਉਦੈਪੁਰੀ ਵੱਲੋਂ। ਕਿਉਂ? ਕਿਉਂਕਿ ਔਰੰਗਜ਼ੇਬ ਦੀ ਸਿਹਤ ਨੂੰ ਲੈ ਕੇ ਸਾਰੇ ਹੀ ਬੜੇ ਹੀ ਫਿਕਰਮੰਦ ਹੋ ਗਏ ਹਨ। ਔਰੰਗਜ਼ੇਬ ਆਪਣੀ ਬੇਟੀ ਜਿੰਨਤ ਬਾਰੇ ਕਹਿੰਦੇ ਕਿ ਉਹ ਪਿਛਲੇ 30 ਸਾਲਾਂ ਤੋਂ ਉਸਦੀ ਖਿਦਮਤ ਕਰ ਰਹੀ ਹੈ, 30 ਸਾਲਾਂ ਤੋਂ ਸੇਵਾ ਕਰ ਰਹੀ ਹੈ ਆਪਣੇ ਪਿਤਾ ਦੇ ਲਈ। ਖੁਦਾ ਹਰ ਇੱਕ ਆਦਮੀ ਨੂੰ ਅਜਿਹੀ ਬੇਟੀ ਦੇਵੇ, ਆਪਣੀ ਬੇਟੀ ਦੇ ਲਈ ਬਹੁਤ ਹੀ ਖੁਸ਼ਕਿਸਮਤ ਸਮਝਦਾ ਹੈ। ਇਸੇ ਦੌਰਾਨ ਸ਼ਾਹੀ ਹਕੀਮ ਆਖਦਾ ਕਿ ਔਰੰਗਜ਼ੇਬ ਨੂੰ ਆਰਾਮ ਦੀ ਸਖਤ ਜ਼ਰੂਰਤ ਹੈ, ਕਿਉਂਕਿ ਉਹਦਾ ਆਰਾਮ ਹਰਾਮ ਹੋ ਗਿਆ, ਉਹਨੂੰ ਨੀਂਦ ਨਹੀਂ ਆਉਂਦੀ। ਔਰੰਗਜ਼ੇਬ ਹਕੀਮ ਤੋਂ ਦਵਾਈ ਲੈ ਕੇ ਆਪਣੀ ਬੇਟੀ ਜ਼ਿੰਨਤ ਨੂੰ ਕਹਿੰਦਾ ਕਿ ਉਸ ਦੇ ਲਈ ਗਰਮ ਪਾਣੀ ਲਿਆਂਦਾ ਜਾਵੇ। ਇਹ ਆਪਾਂ ਹੁਣ ਅੱਗੋਂ ਰੀਡਿੰਗ ਕਰਨੀ ਹੈ, ਮੈਂ ਤੁਹਾਨੂੰ ਅੱਗੋਂ ਰੀਡਿੰਗ ਸ਼ਾਰਟ ਕਰਕੇ ਸਮਝਾਵਾਂਗੀ ਸਾਰੀ, ਫਿਰ ਆਪਾਂ ਕੁਐਸਚਨ ਆਨਸਰ ਕਰਾਂਗੇ। ਔਰ ਤੁਸੀਂ ਡਿਊਰਿੰਗ ਹੌਲੀਡੇਜ਼ ਥੋਰੋਲੀ ਇਕਾਂਗੀ ਨੂੰ ਰੀਡ ਕਰਨਾ ਹੈ। ਇਸ ਤਰ੍ਹਾਂ ਰੀਡ ਕਰਨਾ ਹੈ ਕਿ ਆਪਣੇ ਫੈਮਿਲੀ ਮੈਂਬਰ ਨੂੰ ਕਰੈਕਟਰ ਬਣਾ ਕੇ, ਕਿ ਉਸੇ ਟੋਨ ਦੇ ਵਿੱਚ, ਤਾਂ ਜੋ ਤੁਹਾਨੂੰ ਪਤਾ ਲੱਗ ਜਾਏ ਕਿ ਇਹ ਇਕਾਂਗੀ ਹੈ, ਤੁਹਾਨੂੰ ਲੱਗੇ ਕਿ ਸਭ ਕੁਝ ਸਾਡੀਆਂ ਅੱਖਾਂ ਸਾਹਮਣੇ ਵਾਪਰਿਆ। ਇਕਾਂਗੀ ਦਾ ਸਵਾਦ ਹੀ ਤਾਂ ਆਉਂਦਾ ਹੈ। ਇਕਾਂਗੀ ਹੁੰਦਾ ਹੀ ਇਹ ਹੈ ਕਿ ਜਿਹੜਾ ਕਿ ਰੰਗਮੰਚ ਤੇ ਖੇਡਿਆ ਜਾਂਦਾ ਹੈ, ਕੁਝ ਜਿਉਂਦੇ ਜਾਗਦੇ ਪਾਤਰਾਂ ਨੂੰ ਲੈ ਕੇ, ਜਿਹਦੇ ਵਿੱਚ ਜ਼ਿੰਦਗੀ ਦੀ ਸੱਚਾਈ ਬਿਆਨ ਕੀਤੀ ਹੁੰਦੀ ਹੈ, ਔਰ ਲੋਕਾਂ ਨੂੰ ਪੜ੍ਹ ਕੇ ਸੇਧ ਤੇ ਅਗਵਾਈ ਮਿਲਦੀ ਹੈ। ਜਿਵੇਂ ਇਹ ਇਕਾਂਗੀ ਪੜ੍ਹ ਕੇ ਮਿਲਦਾ ਕਿ ਜੇਕਰ ਕੋਈ ਰਾਜਾ ਹੈ, ਸ਼ਹਿਨशाह ਹੈ, ਉਹਨੂੰ ਪ੍ਰਜਾ ਦਾ ਦਿਲ ਜਿੱਤਣਾ ਜ਼ਰੂਰੀ ਹੈ, ਪ੍ਰਜਾ ਦੇ ਦਿਲਾਂ ਤੇ ਰਾਜ ਕਰਨਾ ਜ਼ਰੂਰੀ ਹੈ। ਆਪਣਾ ਸਵਾਰਥ ਹੀ, ਆਪਣੀ ਹਕੂਮਤ ਦਾ ਨਸ਼ੇ ਵਿੱਚ ਹੀ ਨਹੀਂ ਰਹਿਣਾ ਚਾਹੀਦਾ, ਨਹੀਂ ਤਾਂ ਉਹਨੂੰ ਆਪਣੀਆਂ ਗੁਨਾਹਾਂ ਦੀ ਸਜ਼ਾ ਮਿਲਦੀ ਹੈ। ਇਹ ਇਕਾਂਗੀ ਸਾਨੂੰ ਦੱਸਦਾ ਹੈ ਕਿ ਜਿਹੜਾ ਵੀ ਕੋਈ ਅਸੀਂ ਰੁਤਬਾ ਹਾਸਲ ਕਰਦੇ ਹਾਂ, ਉਸ ਰੁਤਬੇ ਤੇ ਰਹਿ ਕੇ ਸਾਨੂੰ ਆਪਣੇ ਸਵਾਰਥ ਤੋਂ ਹਟ ਕੇ ਦੂਸਰਿਆਂ ਦੇ ਹਿੱਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਇਹ ਸਾਨੂੰ ਇਕਾਂਗੀ ਲਿਖਣ ਦਾ ਇਹ ਉਦੇਸ਼ ਹੈ ਲੇਖਕ ਦਾ। ਇੱਕ ਹੁੰਦਾ ਵਿਸ਼ਾ। ਵਿਸ਼ਾ ਤੇ ਇੱਕ ਇਤਿਹਾਸਕ ਲਿਆ ਹੈ। ਇਸ ਦਾ ਵਿਸ਼ਾ ਕੀ ਹੈ? ਕੁਝ ਤਾਂ ਵਿਸ਼ੇ ਹੁੰਦੇ ਨੇ ਸਮਾਜਿਕ ਸਮੱਸਿਆਵਾਂ ਵਾਲੇ, ਇਹ ਇੱਕ ਇਤਿਹਾਸਿਕ ਵਿਸ਼ਾ ਲਿਆ ਹੈ ਕਿ ਸਾਡੀਆਂ ਮੁਗਲ ਸਲਤਨਤ ਜਿਹੜੀਆਂ ਹੋਈਆਂ ਨੇ, ਜਿਹੜੀਆਂ ਬਾਬਰ ਤੋਂ ਸ਼ੁਰੂ ਹੋਈਆਂ, ਬਾਬਰ ਨੂੰ ਵੀ ਆਪਣੇ ਗੁਨਾਹਾਂ ਦੇ ਕਰਕੇ ਗੁਰੂ ਨਾਨਕ ਦੇਵ ਜੀ ਦੇ ਅੱਗੇ ਸਿਰ ਝੁਕਾ ਦਿੱਤਾ ਸੀ। ਬਾਬਰ ਹੋਇਆ, ਜਹਾਂਗੀਰ, ਅਕਬਰ, ਫਿਰ ਔਰੰਗਜ਼ੇਬ ਦਾ ਸਮਾਂ ਆਇਆ ਗੁਰੂ ਤੇਗ ਬਹਾਦਰ ਜੀ ਦੇ ਸਮੇਂ। ਇਹ ਜ਼ਫਰਨਾਮਾ ਉਸ ਸਮੇਂ ਲਿਖਿਆ ਗਿਆ। ਅੱਗੇ ਚੱਲੀਏ ਆਪਾਂ। ਕਹਿੰਦਾ ਹੈ ਕਿ ਦਿਆ ਰਾਮ ਪੰਜਾਬ ਤੋਂ ਔਰੰਗਜ਼ੇਬ ਇਸੇ ਦੌਰਾਨ ਕਿਹਨੂੰ ਦੱਸਦਾ? ਅਸਦ ਖਾਨ ਨੂੰ ਹੁਣ ਦੱਸਦਾ ਹੈ। ਥੋੜੀ ਜੀ ਤਬੀਅਤ ਠੀਕ ਹੋਈ ਹੈ ਨਾ, ਤੰਦਰੁਸਤੀ ਦੇ ਵਿੱਚ, ਫਿਰ ਅਸਦ ਖਾਨ ਦੇ ਨਾਲ ਨਾ ਆਪਣੀ ਅੰਦਰਲੀ ਜਿਹੜੀਆਂ ਗੱਲਾਂ ਸ਼ੇਅਰ ਕਰਨਾ ਚਾਹੁੰਦਾ ਕਿ ਉਹਨੂੰ ਭਿਆਨਕ ਸੁਪਨਾ ਆਇਆ, ਤੇ ਭਿਆਨਕ ਸੁਪਨੇ ਦੇ ਵਿੱਚ ਉਹਨੂੰ ਕੀ ਕੁਝ ਦਿਖਾਈ ਦਿੱਤਾ, ਕੀ ਕੁ ਉਹਨੇ ਦੇਖਿਆ ਕਿ ਪੰਜਾਬ ਤੋਂ ਦਿਆ ਸਿੰਘ ਜੀ ਆਏ ਨੇ ਆਪਣੇ ਪੀਰ ਗੁਰੂ ਗੋਬਿੰਦ ਸਿੰਘ ਜੀ ਦਾ ਖੱਤ ਲੈ ਕੇ। ਇੱਕ ਖੱਤ ਕੀ ਹੈ? ਇਹ ਜ਼ਫਰਨਾਮਾ ਹੈ, ਜਿਹਦੇ ਨਾਂ ਤੇ ਇਕਾਂਗੀ ਦਾ ਸਿਰਲੇਖ ਹੈ। ਇਸ ਕਰਕੇ ਇਕਾਂਗੀ ਦਾ ਸਿਰਲੇਖ ਢੁਕਵਾਂ ਹੈ। ਜੇ ਕੁਐਸਚਨ ਆ ਜਾਏ ਇਕਾਂਗੀ ਦਾ ਸਿਰਲੇਖ ਢੁਕਵਾਂ ਕਿਉਂ ਹੈ? ਕਿਉਂਕਿ ਪੰਜਾਬ ਵੱਲੋਂ ਇੱਕ ਸਿੱਖ ਦਿਆ ਰਾਮ ਗੁਰੂ ਗੋਬਿੰਦ ਸਿੰਘ ਜੀ ਦਾ ਸੁਨੇਹਾ ਲੈ ਕੇ, ਖੱਤ ਲੈ ਕੇ ਔਰੰਗਜ਼ੇਬ ਦੇ ਅੱਗੇ ਪੇਸ਼ ਹੋਇਆ, ਤੇ ਉਹ ਖੱਤ ਕੀ ਹੈ? ਔਰੰਗਜ਼ੇਬ ਦੇ ਕੀਤੇ ਗੁਨਾਹਾਂ ਦਾ ਚਿੱਠਾ ਹੈ, ਕੀਤੇ ਕਾਰਨਾਮਿਆਂ ਦੀ ਉਹਨੂੰ
ਅਹਿਸਾਸ ਕਰਵਾਇਆ ਗਿਆ ਹੈ ਇਸ ਖੱਤ ਦੇ ਰਾਹੀਂ, ਜਿਸ ਕਰਕੇ ਉਸ ਖੱਤ ਨੂੰ ਜਦੋਂ ਪੜ੍ਹਦਾ ਹੈ ਤਾਂ ਉਸਦੀ ਰੂਹ ਕੰਬ ਉੱਠਦੀ ਹੈ। ਪਰ ਉਹ ਹੁਣ ਬੇਵੱਸ ਹੈ, ਲਾਚਾਰ ਹੈ। ਹੁਣ ਪਛਤਾਵੇ ਤੋਂ ਬਿਨਾਂ ਉਸਦੇ ਕੋਲ ਕੁਛ ਨਹੀਂ ਹੈ। ਇਹ ਇਕਾਂਗੀ ਦਾ ਐਂਡ ਹੈ। ਅੱਗੇ ਕਹਿੰਦਾ ਹੈ, ਜ਼ਫ਼ਰਨਾਮੇ ਨੇ ਉਸਦੇ ਇਨਸਾਨੀ ਜਜ਼ਬੇ ਨੂੰ ਹਲੂਣ ਕੇ ਰੱਖ ਦਿੱਤਾ। ਇਹ 1ਵਾਂ ਕੁਐਸਚਨ ਹੈ, ਕਿਹੜੇ ਜਜ਼ਬੇ ਨੂੰ ਹਲੂਣ ਕੇ ਰੱਖ ਦਿੱਤਾ? ਇਨਸਾਨੀ ਮਨੁੱਖਤਾ ਦੇ ਅੰਦਰਲੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ। ਤੇ ਇਕਾਂਗੀ ਦੀ ਸ਼ੁਰੂਆਤ ਵੀ ਆਤਮ ਸੰਵਾਦ ਨਾਲ ਹੁੰਦੀ ਹੈ। ਉਹਦੀ ਆਤਮਾ ਨਾਲ ਸੰਵਾਦ ਹੁੰਦਾ ਹੈ। ਆਵਾਜ਼ ਕੀ ਹੈ? ਉਸਦੀ ਆਤਮਾ ਹੈ। ਉਸਦੀ ਗੱਲਬਾਤ ਕਿਹਦੇ ਨਾਲ ਹੋ ਰਹੀ ਹੈ? ਆਤਮ ਸੰਵਾਦ ਹੁੰਦਾ, ਗੱਲਬਾਤ, ਚਰਚਾ। ਵਜ਼ੀਰ ਖਾਨ ਨੇ ਉਸਦੇ ਨਾਂ ਤੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ। ਉਹਨੂੰ ਦੱਸ ਰਿਹਾ ਕਿ ਆ ਮੈਂ ਜ਼ਫ਼ਰਨਾਮੇ 'ਚ ਪੜ੍ਹਿਆ, ਜ਼ਫ਼ਰਨਾਮਾ ਮੈਨੂੰ ਆਹ ਦੱਸ ਰਿਹਾ ਕਿ ਜਿਹੜਾ ਵਜ਼ੀਰ ਖਾਨ ਸੀ ਜਿਹਦੇ ਤੇ ਮੈਂ ਵਿਸ਼ਵਾਸ ਕੀਤਾ, ਉਹਨੇ ਹੀ ਮੇਰੇ ਨਾਲ ਧੋਖਾ ਕੀਤਾ ਤੇ ਉਹਨੇ ਮੇਰੀਆਂ ਝੂਠੀਆਂ ਕਸਮਾਂ ਖਾਧੀਆਂ ਤੇ ਅਨੰਦਪੁਰ ਛੱਡਣ ਦੇ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰ ਕਰ ਦਿੱਤਾ। ਅਨੰਦਪੁਰ ਛੱਡ ਰਹੇ ਪੀਰ ਤੇ ਫਿਰ ਉਹਨੇ ਹਮਲਾ ਕਰਵਾਇਆ। ਫਿਰ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ ਗਏ। ਐਡਾ ਵੱਡਾ ਧੋਖਾ! ਇਹ ਸਭ ਕੁਝ ਉਹ ਹੁਣ ਅਸਤ ਖਾਂ ਦੇ ਨਾਲ ਚਰਚਾ ਕਰ ਰਿਹਾ ਹੈ ਕਿ ਇਹ ਜ਼ਫ਼ਰਨਾਮੇ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੈ। ਉਸ ਨੇ ਖੁਦ ਪੀਰ ਦੇ ਪਿਤਾ, ਕੌਣ ਪੀਰ ਦੇ ਪਿਤਾ? ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਕਤਲ ਕਰਵਾਉਣ ਦਾ ਹੁਕਮ ਦੇ ਦਿੱਤਾ ਗਿਆ, ਸ਼ਹਾਦਤ ਦਾ ਹੁਕਮ ਦਿੱਤਾ, ਜਿਨ੍ਹਾਂ ਦਾ ਸੀਸ ਕਟਵਾ ਦਿੱਤਾ ਗਿਆ ਸੀ ਕਿਉਂਕਿ ਇਸਲਾਮ ਧਰਮ ਕਬੂਲ ਕਰ ਲਓ। ਉਹਨਾਂ ਨੇ ਇਸਲਾਮ ਧਰਮ ਕਬੂਲ ਨਹੀਂ ਸੀ ਕੀਤਾ। ਵਜ਼ੀਰ ਖਾਨ ਨੇ ਉਸਦਾ ਨਾਮ ਬਦਨਾਮ ਕੀਤਾ ਹੈ ਅਜਿਹੀਆਂ ਹਰਕਤਾਂ ਕਰਕੇ, ਜਿਹਾ ਧੋਖਾ ਕਰਕੇ। ਇਹ ਸਭ ਕੁਝ ਕਿਹਦੇ ਨਾਲ ਡਿਸਕਸ ਕਰ ਰਿਹਾ ਬੇਟੇ? ਅਸਤ ਖਾਨ। ਅਸਤ ਖਾਨ ਕੌਣ ਹੈ? ਆਲਾ ਅਹਿਲਕਾਰ ਹੈ, ਸੂਬੇਦਾਰ ਹੈ। ਉਹਦਾ ਰੈਂਕ ਕੀ ਹੈ? ਸੂਬੇਦਾਰ। ਆਲਾ ਅਹਿਲਕਾਰ ਵੀ ਹੈ, ਜਿੱਤੇ ਕਿ ਔਰੰਗਜ਼ੇਬ ਨੂੰ ਅਟੁੱਟ ਵਿਸ਼ਵਾਸ ਹੈ ਤੇ ਉਹ ਉਹਨੂੰ ਆਪਣਾ ਜਿਗਰੀ ਦਿਲੀ ਦੋਸਤ ਮੰਨਦਾ ਹੈ। ਇਹ ਆਪਾਂ ਜਦੋਂ ਕਰੈਕਟਰ ਸਕੈਚ ਕਰਨਾ ਨਾ, ਉਹਦੇ ਵਿੱਚ ਕਰਨਾ ਹੈ। ਇਸ ਇਕਾਂਗੀ ਦੇ ਜਿਹੜੇ ਮੁੱਖ ਪਾਤਰ ਔਰੰਗਜ਼ੇਬ ਹੈ ਤੇ 4 ਪਾਤਰ ਹੋਰ ਨੇ, 5 ਪਾਤਰ ਆਏ ਨੇ, ਜਿਨ੍ਹਾਂ ਦੇ ਆਉਣ ਦੇ ਨਾਲ ਇਕਾਂਗੀ ਅੱਗੇ ਤੁਰਦਾ ਹੈ ਤੇ ਨੇਪਰੇ ਚੜ੍ਹਦਾ ਹੈ। ਮੁੱਖ ਪਾਤਰ ਔਰੰਗਜ਼ੇਬ ਹੈ, ਉਸ ਦੀ ਪਤਨੀ ਬੇਗਮ ਉਦੈਪੁਰੀ ਹੈ, ਉਸ ਦੀ ਪੁੱਤਰੀ ਜ਼ੀਨਤ ਉਨ ਨਿਸਾ ਹੈ, ਔਰ ਇੱਕ ਸ਼ਾਹੀ ਹਕੀਮ ਹੈ ਜੋ ਕਿ ਉਸਦੀ ਸਿਹਤ ਦੇ ਲਈ ਦਵਾ ਵਗੈਰਾ ਤਿਆਰ ਕਰਦਾ ਹੈ, ਔਰ ਇੱਕ ਅਸਤ ਖਾਨ ਹੈ ਜਿਸ ਨੂੰ ਉਹ ਆਪਣਾ ਦਿਲੀ ਦੋਸਤ, ਆਲਾ ਅਹਿਲਕਾਰ, ਸੂਬੇਦਾਰ, ਜਿਹਦੇ ਨਾਲ ਉਹ ਆਪਣੇ ਦਿਲ ਦੀ ਹਰ ਗੱਲ ਸਾਂਝੀ ਕਰਦਾ ਹੈ। ਇਹਨਾਂ ਪਾਤਰਾਂ ਦੇ ਰਾਹੀਂ ਹੀ ਇਹ ਇਕਾਂਗੀ ਕੰਪਲੀਟ ਹੁੰਦਾ ਹੈ। ਨਾਓ ਲਿਸਨ ਅੱਗੇ। ਵਜ਼ੀਰ ਖਾਨ ਨੇ ਉਸਦਾ ਨਾਮ ਬਦਨਾਮ ਕੀਤਾ ਹੈ, ਇਸਲਾਮ ਦਾ ਵੀ ਅਪਮਾਨ ਕੀਤਾ ਹੈ, ਜਿਹਦੇ ਤੇ ਉਹਨੂੰ ਪੱਕਾ ਵਿਸ਼ਵਾਸ ਹੈ ਆਪਣੇ ਧਰਮ ਦੇ ਵਿੱਚ, ਧਰਮ ਦੇ ਪ੍ਰਤੀ ਬਹੁਤ ਹੀ ਉਹ ਕੀ ਹੈ, ਅਟੁੱਟ ਵਿਸ਼ਵਾਸ ਰੱਖਦਾ ਹੈ। ਨਮਾਜ਼ ਨੂੰ ਉਹਨੇ ਕਦੀ ਖੁੰਝਾਇਆ ਨਹੀਂ ਹੈ। ਅਸਤ ਖਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਬੁਲਾ ਕੇ ਨਾ ਉਹਨਾਂ ਨਾਲ ਸੁਲ੍ਹਾ ਕਰਨ ਦੀ ਸਲਾਹ ਦਿੰਦਾ ਹੈ, ਕਿਉਂਕਿ ਜਿਹੜਾ ਅਸਤ ਖਾਨ ਹੈ ਨਾ, ਉਹ ਕਹਿੰਦਾ ਸਲਾਹ ਇਹੀ ਹੈ, ਮੇਰੀ ਨੇਕ ਸਲਾਹ ਮੈਂ ਇਹੀ ਦੇਵਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੁਲ੍ਹਾ ਕੀਤੀ ਜਾਵੇ। ਕਹਿੰਦੇ ਮੈਂ ਬੜੀ ਵਾਰੀ ਉਹਨੂੰ 2 ਵਾਰੀ ਸੁਨੇਹਾ ਭੇਜਿਆ, ਪਰ ਉਹਨਾਂ ਨੇ, ਮੈਨੂੰ ਲੱਗਦਾ ਇਹ ਗੱਲ ਮੰਨਣੀ ਨਹੀਂ। ਉਸ ਪੀਰ ਨੇ ਉਸ ਨੂੰ ਮਾਲਵੇ ਦੇ ਕਾਂਗੜ ਨਗਰ ਵਿੱਚ ਮਿਲਣ ਦਾ ਪੈਗਾਮ ਦਿੱਤਾ ਹੈ। ਅੰਡਰਲਾਈਨ ਕਰ ਲਿਓ ਇਹ ਲਾਈਨ, ਨੋਟ ਕਰ ਲਓ ਬੇਟੇ, ਕਿੱਥੇ ਮਿਲਣ ਦਾ ਪੈਗਾਮ ਦਿੱਤਾ ਹੈ? ਮਾਲਵੇ ਦੀ ਧਰਤੀ। ਮਾਲਵੇ ਦੀ ਧਰਤੀ ਕਿਹੜੀ ਹੈ? ਪੰਜਾਬ ਦੇ ਵਿੱਚ ਸਤਲੁਜ ਦਰਿਆ ਤੋਂ ਪਾਰ ਦਾ ਇਲਾਕਾ। ਆਪਣਾ ਇਲਾਕਾ ਕਿਹੜਾ ਹੈ? ਬਿਆਸ ਤੇ ਸਤਲੁਜ ਦੇ ਵਿਚਕਾਰ ਦੁਆਬਾ, ਤੇ ਬਿਆਸ ਦਰਿਆ ਤੋਂ ਪਾਰ ਦਾ ਇਲਾਕਾ ਅੰਮ੍ਰਿਤਸਰ ਦਾ ਇਲਾਕਾ, ਮਾਝੇ ਦਾ ਇਲਾਕਾ। ਕਿੱਥੇ ਮਿਲਣ ਦਾ ਕਿਹਾ ਪੈਗਾਮ ਦਿੱਤਾ? ਮਾਲਵੇ ਦੇ ਕਾਂਗੜ ਨਗਰ ਵਿੱਚ। ਅਸਤ ਖਾਨ ਕਹਿੰਦਾ ਕਿ ਉਹ ਆਪਣੇ ਆਪ ਹੱਥੀਂ ਖੱਤ ਲਿਖ ਕੇ ਭੇਜਣ। ਔਰੰਗਜ਼ੇਬ ਉਸਨੂੰ ਕਹਿੰਦਾ ਉਹ ਹੁਣੇ ਮੀਰ ਮੁਨਸ਼ੀ ਤੇ ਦਿਆ ਸਿੰਘ ਨੂੰ ਆਪਣੇ ਦਰਬਾਰੇ ਖਾਸ ਵਿੱਚ ਹਾਜ਼ਰ ਕਰਨ ਦੇ ਲਈ ਹੁਕਮ ਦਿੰਦਾ ਹੈ। ਮੀਰ ਮੁਨਸ਼ੀ ਤੇ ਦਿਆ ਸਿੰਘ। ਦਿਆ ਸਿੰਘ ਕੌਣ ਹੈ? ਜੋ ਕਿ ਜ਼ਫ਼ਰਨਾਮਾ ਲੈ ਕੇ ਆਇਆ, ਗੁਰੂ ਜੀ ਦਾ ਸੁਨੇਹਾ ਲੈ ਕੇ ਆਇਆ, ਖੱਤ ਲੈ ਕੇ ਆਇਆ, ਜਿਸ ਵਿੱਚ ਕਿ ਔਰੰਗਜ਼ੇਬ ਨੂੰ ਉਸਦੇ ਕੀਤੇ ਕਾਰਨਾਮਿਆਂ ਦਾ ਅਹਿਸਾਸ ਕਰਵਾਇਆ ਗਿਆ ਹੈ। ਹੁਣ ਇਕਾਂਗੀ ਐਂਡ ਤੇ ਪਹੁੰਚਦਾ ਹੈ, ਐਂਡ ਵਾਲੇ। ਇਸੇ ਦੌਰਾਨ ਜ਼ਿੰਨਤ ਆਉਂਦੀ ਹੈ। ਹੁਣ ਜ਼ਿੰਨਤ ਕਹਿੰਦੀ ਹੈ ਕਿ ਇੰਨੇ ਸਾਲ ਉਸਨੇ ਪਿਤਾ ਦੀ ਮਨੋ ਸੇਵਾ ਕੀਤੀ ਹੈ, ਪਰ ਉਹ ਆਪਣੇ ਪਿਤਾ ਦਾ ਵਿਸ਼ਵਾਸ ਹਾਸਲ ਨਹੀਂ ਕਰ ਸਕੀ। ਇਸ ਦਾ ਉਹਨੂੰ ਬਹੁਤ ਵੱਡਾ ਦੁੱਖ ਹੈ। ਇਹ ਵਾਰਤਾਲਾਪ ਚੱਲਦੀ ਹੈ ਕਿ ਪਿਤਾ ਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਤੁਹਾਡੀ ਇੰਨੀ ਮਨੋ ਸੇਵਾ ਕਰਦੀ ਹਾਂ, ਮੈਂ ਤੁਹਾਡੇ ਨਾਲ ਇੰਨਾ ਪਿਆਰ ਕਰਦੀ ਹਾਂ, ਪਰ ਮੈਨੂੰ ਕਿਤੇ ਨਾ ਕਿਤੇ ਅੰਦਰੋਂ ਮੈਂ ਸੋਚਦੀ ਰਹਿੰਦੀ ਹਾਂ ਕਿ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਤੁਸੀਂ ਮੇਰੇ ਤੋਂ ਨਾ ਕੋਈ ਗੱਲਾਂ ਛੁਪਾ ਰਹੇ ਹੋ।
ਕੋਈ ਜ਼ਿੰਦਗੀ ਦੇ ਰਾਜ਼ ਛੁਪਾ ਰਹੇ ਹੋ ਕਿ ਮੈਨੂੰ ਨਾ ਲੱਗਦਾ ਕਿ ਤੁਸੀਂ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ ਤੇ ਮੈਂ ਤੁਹਾਡਾ ਵਿਸ਼ਵਾਸ ਹਾਸਲ ਨਹੀਂ ਕਰ ਸਕੀ, ਕਿਉਂਕਿ ਉਸਨੂੰ ਜਾਪਦਾ ਕਿ ਉਸਦਾ ਪਿਤਾ ਉਸਦੇ ਕੋਲੋਂ ਕੁਝ ਨਾ ਕੁਝ ਛੁਪਾ ਰਿਹਾ ਹੈ, ਲੁਕਾ ਰਿਹਾ ਹੈ। ਉਹ ਜਿੰਨਤ ਨੂੰ ਕਹਿੰਦਾ ਹੈ ਕਿ ਹਾਂ ਵਾਕਈ, ਜੇ ਮੈਂ ਤੈਨੂੰ ਉਹ ਰਾਜ਼ ਜ਼ਿੰਦਗੀ ਦੇ ਦੱਸ ਦਿੱਤੇ ਨਾ, ਤਾਂ ਮੈਨੂੰ ਲੱਗਦਾ ਹੈ ਕਿ ਤੂੰ ਮੈਨੂੰ ਘਟੀਆ ਇਨਸਾਨ, ਮਾੜਾ ਇਨਸਾਨ ਸਮਝਣ ਲੱਗ ਜਾਏਂਗੀ, ਕਿਉਂਕਿ ਮੇਰੇ ਤੋਂ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਹੋਈਆਂ ਨੇ ਜੇ ਮੈਂ ਉਹ ਗਲਤੀਆਂ ਦੱਸ ਦਿੱਤੀਆਂ। ਨਹੀਂ, ਉਹ ਕਹਿੰਦੀ ਨਹੀਂ ਪਿਤਾ ਜੀ, ਇਦਾਂ ਕਿਉਂ ਸੋਚਦੇ ਹੋ? ਤੁਸੀਂ ਮੈਨੂੰ ਦੱਸੋ ਤਾਂ ਸਹੀ। ਆਪਣਾ ਦਿਲ ਦਾ ਭਾਰ ਤਾਂ ਹੌਲਾ ਕਰੋ, ਆਪਣਾ ਦਿਮਾਗ ਦਾ ਭਾਰ ਹੌਲਾ ਕਰੋ। ਇਸ ਤਾਂ ਤੁਸੀਂ ਡੇ ਬਾਏ ਡੇ ਤੁਸੀਂ ਬਿਮਾਰ ਹੁੰਦੇ ਜਾਓਗੇ। ਮੈਨੂੰ ਇਸ ਗੱਲ ਦੀ ਬਹੁਤ ਚਿੰਤਾ ਹੈ। ਤੁਸੀਂ ਮੇਰੇ ਨਾਲ ਕਰੋ, ਕਿਉਂਕਿ ਮੈਨੂੰ ਲੱਗਦਾ ਜੇ ਤੁਹਾਡੇ ਤੋਂ ਗਲਤੀਆਂ ਹੈ, ਗਲਤੀਆਂ ਤਾਂ ਇਨਸਾਨ ਤੋਂ ਹੁੰਦੀਆਂ ਹੈ। ਮਨੁੱਖ ਹੈ ਜਿਹੜਾ ਗਲਤੀਆਂ ਦਾ ਪੁਤਲਾ ਹੈ, ਤੇ ਤੁਹਾਡਾ ਤਾਂ ਰੁਤਬਾ ਹੀ ਅਜਿਹਾ ਹੈ ਕਿ ਤੁਸੀਂ ਸ਼ਹਿਨशाह ਹੋ, ਜਹਾਨ ਪਨਾਹ ਹੋ, ਤੇ ਤੁਹਾਡੇ ਤੋਂ ਜੇ ਗਲਤੀਆਂ ਹੋ ਵੀ ਗਈਆਂ, ਮਾੜੀਆਂ ਗੱਲਾਂ ਹੋ ਵੀ ਗਈਆਂ, ਤਾਂ ਫਿਰ ਕੀ ਹੋ ਗਿਆ? ਤੁਹਾਡੇ ਅੰਦਰ ਬਹੁਤ ਸਾਰੇ ਵਧੀਆ ਵਧੀਆ ਗੁਣ ਵੀ ਹਨ, ਤੁਸੀਂ ਵਧੀਆ ਇਨਸਾਨ ਵੀ ਹੋ, ਮੈਨੂੰ ਪਤਾ ਹੈ। ਪਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਗੱਲ ਕੀ ਹੈ, ਤੁਸੀਂ ਕਿਹੜੀਆਂ ਗੱਲਾਂ ਮੇਰੇ ਤੋਂ ਛੁਪਾ ਰਹੇ ਹੋ? ਫਿਰ ਉਹ ਦੱਸਦੇ ਹਨ ਕਿ ਪੰਜਾਬ ਤੋਂ ਗੁਰੂ ਗੋਬਿੰਦ ਸਿੰਘ ਜੀ ਦਾ ਖੱਤ ਆਇਆ ਹੈ। ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਸਾਡੇ, ਉਹਨਾਂ ਦਾ ਮੈਨੂੰ ਖੱਤ ਆਇਆ। ਕਿਹਦੇ ਥਰੂ ਆਇਆ? ਦਇਆ ਸਿੰਘ ਦੇ ਥਰੂ ਆਇਆ ਕਿ ਉਸ ਪੀਰ ਨਾਲ ਉਹਨਾਂ ਨੇ ਬਹੁਤ ਵੱਡਾ ਧੋਖਾ ਕੀਤਾ। ਹੁਣ ਤਾਂ ਜ਼ਿੰਨਤ ਤਾਂ ਗੁਰੂ ਪੀਰ ਗੁਰੂਆਂ ਤੇ ਬਹੁਤ ਵਿਸ਼ਵਾਸ ਕਰਦੀ, ਉਸਦਾ ਪਰਮਾਤਮਾ ਤੇ ਟੁੱਟ ਵਿਸ਼ਵਾਸ ਹੈ, ਤੇ ਉਹਨੇ ਇਹ ਸਭ ਕੁਝ ਪੜਿਆ ਹੋਇਆ, ਗੁਰੂ ਤੇਗ ਬਹਾਦਰ ਜੀ ਬਾਰੇ, ਸਾਹਿਬਜ਼ਾਦਿਆਂ ਬਾਰੇ, ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਤੇ ਹੁਣ ਉਹ ਜਦੋਂ ਪਿਤਾ ਦੇ ਮੂੰਹੋਂ ਇਹ ਸਭ ਕੁਝ ਸੁਣਦੀ ਹੈ ਤਾਂ ਉਹ ਤਾਂ ਆਪ ਹੀ ਹਿਲ ਗਈ ਹੈ, ਬੇਚੈਨ ਹੋ ਜਾਂਦੀ ਹੈ। ਕਹਿੰਦੇ ਮੈਂ ਉਸ ਪੀਰ ਦੇ ਨਾਲ, ਪੀਰ ਮੀਨਸ ਜਿਹਦੇ ਅੰਦਰ ਬਹੁਤ ਹੀ ਜ਼ਿਆਦਾ ਕਰਾਮਾਤੀ ਇਨਸਾਨ ਹੈ, ਪੀਰ ਉਸਨੂੰ ਕਹਿੰਦੇ ਆ। ਵਜ਼ੀਰ ਖਾਨ ਨੇ ਉਸਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਜੀ ਨੂੰ ਆਨੰਦਪੁਰ ਤੋਂ ਬਾਹਰ ਕਢਵਾ ਦਿੱਤਾ। ਹੁਣ ਉਹ ਰਿਐਲਿਟੀ ਦੱਸ ਰਿਹਾ ਕਿ ਮੈਨੂੰ ਇਹ ਜ਼ਫਰਨਾਮੇ ਦੇ ਵਿੱਚ ਲਿਖਿਆ ਗਿਆ ਹੈ ਕਿ ਵਜ਼ੀਰ ਖਾਨ ਨੂੰ ਝੂਠੀਆਂ ਕਸਮਾਂ ਵਜ਼ੀਰ ਖਾਨ ਨੇ ਕਿਹਦੀਆਂ ਖਾਧੀਆਂ? ਔਰੰਗਜ਼ੇਬ ਦੀਆਂ। ਕਿਹਨੂੰ ਕਢਵਾਇਆ? ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਦੇ ਲਈ ਮਜਬੂਰ ਕਰ ਦਿੱਤਾ ਗੁਰੂ ਜੀ ਨੂੰ। ਫਿਰ ਵੱਡੇ ਸਾਹਿਬਜ਼ਾਦੇ ਸ਼ਹੀਦ ਕਰਵਾ ਦਿੱਤੇ, ਮਗਰੋਂ ਧੋਖੇ ਨਾਲ ਹਮਲਾ ਕਰਵਾ ਦਿੱਤਾ ਨਾ। ਪਹਿਲਾਂ ਅਨੰਦਪੁਰ ਛੱਡਣ ਲਈ ਮਜਬੂਰ ਕਰ ਦਿੱਤਾ, ਫਿਰ ਧੋਖੇ ਦੇ ਨਾਲ ਹਮਲਾ ਕਰਵਾ ਦਿੱਤਾ। ਇਸ ਲੜਾਈ ਦੇ ਵਿੱਚ ਦੋ ਵੱਡੇ ਸਾਹਿਬਜ਼ਾਦੇ, ਕਿਹੜੇ ਕਿਹੜੇ ਸਾਹਿਬਜ਼ਾਦੇ ਨੇ? ਚਾਰੇ ਸਾਹਿਬਜ਼ਾਦਿਆਂ ਦੇ ਨਾਮ ਤੋਂ ਤੁਸੀਂ ਵਾਕਿਫ ਹੋਗੇ। ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ, ਦੋ ਵੱਡੇ ਸਾਹਿਬਜ਼ਾਦੇ ਜੋ ਕਿ ਚਮਕੌਰ ਦੀ ਲੜਾਈ ਵਿੱਚ ਲੜਦੇ ਲੜਦੇ ਸ਼ਹਾਦਤ ਪਾ ਗਏ ਸਨ। ਇਹਦੇ ਪਿੱਛੇ ਜ਼ਿੰਮੇਵਾਰ ਕੌਣ ਹੈ? ਮੁਗਲ ਸਲਤਨਤ। ਤੇ ਛੋਟੇ ਸਾਹਿਬਜ਼ਾਦੇ ਨੂੰ ਫਿਰ ਅੱਗੇ ਕਹਿੰਦਾ ਉੱਥੇ ਤਾਂ ਜ਼ੁਲਮ ਦੀ ਸਿਖਰ ਹੋ ਗਈ, ਇਹ ਤਾਂ ਜ਼ੁਲਮ ਦੀ ਸਿਖਰ ਹੈ। ਕਹਿੰਦਾ ਮੈਨੂੰ ਵੀ ਨਹੀਂ ਇਸ ਗੱਲ ਦਾ ਪਤਾ ਕਿ ਨਵਾਬ ਵਜ਼ੀਰ ਖਾਨ ਨੇ, ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਏਡਾ ਵੱਡਾ ਧੋਖਾ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜਿਉਂਦਿਆਂ ਜ਼ਿੰਦਾ ਨੂੰ ਨੀਹਾਂ ਵਿੱਚ ਨਵਾ ਦਿੱਤਾ। 7 ਸਾਲ ਤੇ 9 ਸਾਲ ਦੀ ਉਮਰ, ਇਕਾਂਗੀ ਦੇ ਵਿੱਚ ਸੈਕਿੰਡ ਲਾਸਟ ਪੇਜ ਦੇਖੋ ਤੁਸੀਂ, 7 ਸਾਲ ਦੇ 9 ਸਾਲ ਦੀਆਂ ਉਮਰਾਂ ਸਨ ਜਦੋਂ ਉਹਨਾਂ ਨੂੰ ਜਿੰਦਿਆਂ ਹੀ ਨੀਹਾਂ ਵਿੱਚ ਨਵਾ ਦਿੱਤਾ। ਜੀਨਤ ਨੂੰ ਲੱਗਦਾ ਹੈ ਕਿ ਇਹ ਤਾਂ ਜ਼ੁਲਮ ਦੀ ਇੰਤਹਾ ਹੋ ਗਈ, ਸਿਖਰ ਹੋ ਗਈ। ਉਹ ਕਹਿੰਦੀ ਹੈ ਜਦੋਂ ਉਸਦਾ ਆਪਣਾ ਬਾਗੀ ਬੇਟਾ ਅਕਬਰ ਮਾਰਿਆ ਸੀ, ਜਾਂ ਬਾਗੀ ਸ਼ਾਇਰ ਬੇਟੀ ਜ਼ੇਬ ਉਨ-ਨਿਸਾ, ਤਾਂ ਉਹ ਜ਼ਾਰੋ ਜ਼ਾਰ ਰੋਇਆ ਸੀ। ਇਹ ਪਿਤਾ ਨੂੰ ਕਹਿ ਰਹੀ ਹੈ ਕਿ ਉਹ ਜ਼ਾਰੋ ਜ਼ਾਰ ਰੋਇਆ ਸੀ। ਉਹਨਾਂ ਮਾਸੂਮਾਂ ਦੀ ਮੌਤ ਤੇ ਉਹ ਚੁੱਪ ਖੜਾ ਹੈ। ਉਹ ਕਹਿੰਦਾ ਕਿ ਨਹੀਂ, ਇਹ ਔਰੰਗਜ਼ੇਬ ਨੂੰ ਕਹਿ ਰਹੀ ਹੈ, ਉਸਦੀ ਬੇਟੀ। ਕਹਿੰਦਾ ਬਾਗੀ ਬੇਟਾ ਜਿਹਨੇ ਬਗਾਵਤ ਕੀਤੀ ਸੀ, ਅਕਬਰ ਮਰਿਆ ਸੀ, ਜਾਂ ਬਾਗੀ ਸ਼ਾਇਰ ਬੇਟੀ ਜੇਬ ਉਨ-ਨਿਸਾ ਮਰੀ ਸੀ, ਤਾਂ ਤੂੰ ਜ਼ਾਰੋ ਜ਼ਾਰ ਰੋਇਆ ਸੀ। ਪਰ ਅੱਜ ਉਹ ਮਾਸੂਮ ਜਿਹੜੇ ਕਿ ਜਿਉਂਦਿਆਂ ਹੀ ਨੀਹਾਂ ਵਿੱਚ ਚਿਣਵਾ ਦਿੱਤੇ ਗਏ, ਉਹਨਾਂ ਦੇ ਮਰਨ ਤੇ ਤੇ ਚੁੱਪ ਖੜਾ ਹੈ। ਇਹ ਤਾਂ ਕਹਿੰਦਾ ਜ਼ੁਲਮ ਦੀ ਸਿਖਰ ਹੈ, ਜ਼ੁਲਮ ਦੀ ਸਿਖਰ ਹੈ। ਕਹਿੰਦਾ ਨਹੀਂ, ਅੱਜ ਉਸਦੀ ਰੂਹ ਕੰਬ ਉੱਠੀ ਹੈ, ਅੱਜ ਉਸਦੀ ਰੂਹ ਰੋ ਰਹੀ ਹੈ। ਉਸਦੀ ਮਜਬੂਰੀ ਹੈ ਕਿ ਉਹ ਵਜ਼ੀਰ ਖਾਨ ਨੂੰ ਸਜ਼ਾ ਨਹੀਂ ਦੇ ਸਕਦਾ। ਜ਼ੀਨਤ ਕਹਿੰਦੀ ਹੈ ਇਸ ਦਾ ਮਤਲਬ ਹੈ ਕਿ ਇਸ ਗੁਨਾਹ ਵਿੱਚ ਤੁਸੀਂ ਵੀ ਬਰਾਬਰ ਦੇ ਗੁਨਾਹਗਾਰ ਹੋ, ਸ਼ਾਮਲ ਹੋ। ਕਹਿੰਦੀ ਹੈ ਕਿ ਉਹ ਰੱਬ ਤੋਂ ਡਰਦਾ ਸੀ, ਪਰ ਰੱਬ ਨਾਲ ਮੈਨੂੰ ਲੱਗਦਾ ਪਿਆਰ ਨਹੀਂ ਸੀ, ਕਿਉਂਕਿ ਰੱਬ ਨੂੰ ਪਿਆਰ ਕਰਨਾ ਦਾ ਮਤਲਬ ਹੁੰਦਾ ਰੱਬ ਦੇ ਬਣਾਏ ਬੰਦਿਆਂ ਨੂੰ ਪਿਆਰ ਕਰਨਾ, ਮੀਨਸ ਰੱਬ ਨੂੰ ਪਿਆਰ ਕਰਨਾ ਹੈ। ਅਸਲ ਵਿੱਚ ਆਪਾਂ ਇਹੀ ਹੈ ਸਾਡਾ ਵੀ, ਕਿ ਜੇ ਅਸੀਂ ਰੱਬ ਦੇ ਬਣਾਏ ਇਨਸਾਨਾਂ ਨੂੰ ਪਿਆਰ ਕਰਦੇ ਹਾਂ ਤਾਂ ਅਸੀਂ ਰੱਬ ਨੂੰ ਪਾ ਲੈਂਦੇ ਹਾਂ, ਕਿਉਂਕਿ
ਸਾਰੇ ਪਰਮਾਤਮਾ ਦੀ ਇੱਕ ਜੋਤ ਤੋਂ ਪੈਦਾ ਹੋਏ ਨੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਫਿਰ ਜਿਹੜਾ ਸ਼ਹਿਨशाह ਹੋਏ, ਉਹ ਤਾਂ ਉਹਦੀ ਜਿਹੜੀ ਮੁਗਲ ਸਲਤਨਤ ਹੈ, ਉਹ ਹਕੂਮਤ ਤਾਂ ਹੀ ਪੱਕੀ ਤੇ ਮਜ਼ਬੂਤ ਹੋ ਸਕਦੀ ਹੈ ਜਿਹੜਾ ਲੋਕਾਂ ਦੇ ਦਿਲਾਂ ਤੇ ਰਾਜ ਕਰੇ, ਲੋਕਾਂ ਦੇ ਹਿੱਤਾਂ ਦੀ ਰੱਖਿਆ ਕਰੇ, ਲੋਕਾਂ ਦੇ ਹਿੱਤਾਂ ਦੇ ਲਈ ਹਰ ਯੋਗ ਕਦਮ ਉਠਾਏ। ਕਹਿੰਦੀ ਮੈਂ ਇਹ ਮੰਨਦੀ ਹਾਂ ਕਿ ਤੁਸੀਂ ਰੱਬ ਤੋਂ ਡਰਦੇ ਹੋ, ਤੁਸੀਂ ਨਮਾਜ਼ ਵੀ ਰੋਜ਼ਾਨਾ ਪੜ੍ਹਦੇ ਹੋ, ਸਵੇਰ ਸਾਰ ਭਾਵੇਂ ਕੋਈ ਵੀ ਸਥਿਤੀ ਹੋਏ ਤੁਸੀਂ ਨਮਾਜ਼ ਨੂੰ ਕਦੀ ਨਹੀਂ ਖੁੰਝਾਇਆ, ਪਰ ਤੁਸੀਂ ਰੱਬ ਨੂੰ ਪਿਆਰ ਨਹੀਂ ਕਰਦੇ। ਇਸੇ ਕਾਰਨ ਹੀ ਉਸਨੇ ਸਾਰੀ ਉਮਰ ਲੋਕਾਂ ਨੂੰ ਦੁਖੀ ਕੀਤਾ ਹੈ। ਔਰੰਗਜ਼ੇਬ ਸਵੀਕਾਰਦਾ ਹੈ ਇਕਾਂਗੀ ਦੇ ਐਂਡ ਤੇ, ਸਵੀਕਾਰਦਾ ਹੈ ਕਿ ਉਹ ਅਣਗਿਣਤ ਲੜਾਈਆਂ ਜਿੱਤ ਕੇ ਵੀ ਅੱਜ ਹਾਰ ਗਿਆ। ਇਹ ਇਕਾਂਗੀ ਦਾ ਐਂਡ ਹੈ ਕਿ ਅੱਜ ਉਹ ਜਿੱਤੀ ਹੋਈ ਬਾਜੀ ਵੀ ਹਾਰ ਗਿਆ, ਜ਼ਿੰਦਗੀ ਦੀ ਬਾਜੀ ਹਾਰ ਗਿਆ। ਐਂਡ ਵਾਲੀਆਂ ਲਾਈਨਸ, ਉਹ ਇਸ ਸੰਸਾਰ ਤੋਂ ਗੁਨਾਹਾਂ ਦੇ ਭਾਰ ਨਾਲ ਲੈ ਕੇ ਜਾਵੇਗਾ। ਉਹ ਆਪਣੀ ਬੇਟੀ ਨੂੰ ਕਹਿੰਦਾ ਕਿ ਉਹੀ ਉਸਦਾ ਆਖਰੀ ਸਹਾਰਾ ਹੈ, ਕਿਸੇ ਤਰ੍ਹਾਂ ਉਹ ਉਸਦੀ ਮਦਦ ਕਰੇ, ਉਹ ਬੇਵੱਸ ਹੈ, ਲਾਚਾਰ ਹੈ। ਇੱਥੇ ਇਕਾਂਗੀ ਦਾ ਐਂਡ ਹੁੰਦਾ ਹੈ ਬੇਟੇ। ਹੁਣ ਇਹਦੇ ਅਕੋਰਡਿੰਗ ਤੁਸੀਂ 1 ਮਾਰਕ ਕੁਐਸਚਨਸ ਕਰਨੇ ਹਨ। ਮੈਂ 1 ਮਾਰਕ ਕੁਐਸਚਨ ਦੀ ਬੇਟੇ ਤੁਹਾਨੂੰ ਅਸਾਈਨਮੈਂਟ ਭੇਜਾਂਗੀ। 35 ਕੁਐਸਚਨਸ ਨੇ ਮੈਂ ਬਣਾਈ ਹੋਈ ਹੈ। ਹੁਣ ਜੇ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕੀਤੀ ਤਾਂ ਤੁਸੀਂ ਆਪਣਾ ਟਾਈਮ ਲੱਗ ਜਾਣਾ, ਕਿਉਂਕਿ 1 ਮਾਰਕ ਕੁਐਸਚਨ ਤੁਸੀਂ ਸਿਰਫ ਜਿਹੜੀ ਅਸਾਈਨਮੈਂਟ ਮੈਂ ਭੇਜਣੀ ਹੈ PDF, ਉਹਨੂੰ ਦੇਖਣਾ ਹੈ, ਉਹਨੂੰ ਆਪਣੀ ਪ੍ਰੈਕਟਿਸ ਨੋਟਬੁੱਕ ਤੇ ਸਿਰਫ ਆਨਸਰ ਲਿਖ ਲੈਣੇ ਨੇ। 35-40 ਕੁਐਸਚਨਸ ਨੇ। ਹੁਣ ਆਪਾਂ ਗੱਲ ਕਰੀਏ ਬੈਕ ਐਕਸਰਸਾਈਜ਼ ਕੁਐਸਚਨਸ ਦੀ, ਫਿਰ ਆਪਾਂ ਨੈਕਸਟ ਕਲਾਸ ਵਿੱਚ ਕਰੈਕਟਰ ਸਕੈਚ ਕਰਾਂਗੇ। ਬੈਕ ਐਕਸਰਸਾਈਜ਼ ਕੁਐਸਚਨ ਦੇ ਵਿੱਚ ਲਾਈਨਸ ਨੇ, ਹੇਠ ਲਿਖੀ ਵਾਰਤਾਲਾਪ ਨੂੰ ਧਿਆਨ ਨਾਲ ਪੜੋ, ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ। ਨਹੀਂ ਤੂੰ ਭੁਲੇਖੇ ਵਿੱਚ ਰਿਹਾ ਹੈ, ਆਪਣੀ ਬੁੱਕ ਤੇ ਬੈਕ ਐਕਸਰਸਾਈਜ਼ ਦੇਖੋ। ਨਹੀਂ ਤੂੰ ਭੁਲੇਖੇ ਵਿੱਚ ਰਿਹਾ ਹੈ, ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਆਪਾਂ ਕੱਲ ਦੀ ਰੀਡਿੰਗ 'ਚ ਕੀਤਾ ਸੀ। ਫਸਟ ਕੁਐਸਚਨ ਇਹਦੇ ਅਕੋਰਡਿੰਗ ਹੈ, ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਹੁੰਦੀਆਂ ਹਨ? ਕਿਵੇਂ ਪੱਕੀਆਂ ਹੁੰਦੀਆਂ ਬੇਟੇ? ਕੌਣ ਦੇਗਾ ਆਨਸਰ? ਯੈਸ, कौन देगा आंसर? प्लीज रेज योर हैंड्स। यस बेटे, भूमिका। यस यस बच्चे, यस भूमिका। भूमिका अनम्यूट योर सेल्फ बेटे। हाँ जी, किवें पक्कियां हुंदियां? हाँ जी, यस, जेकर ਲੋਕਾਂ ਦੇ ਦਿਲਾਂ ਨੂੰ ਅਕਬਰ ਤੇ ਅਸ਼ੋਕੇ ਵਾਂਗ ਜਿੱਤਿਆ ਜਾਵੇ ਤਾਂ ਰਾਜ ਦੀਆਂ ਨੀਹਾਂ ਮਜ਼ਬੂਤ ਹੁੰਦੀਆਂ। ਜੇ ਆਪਾਂ ਸਿੰਪਲ ਵੀ ਲਿਖ ਦਈਏ ਕਿ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜੇ ਦੀਆਂ, ਸ਼ਹਿਨशाह ਦੀਆਂ, ਸਲਤਨਤ ਦੀਆਂ ਨੀਹਾਂ ਮਜ਼ਬੂਤ ਤੇ ਪੱਕੀਆਂ ਹੁੰਦੀਆਂ ਹਨ। ਸੈਕਿੰਡ ਕੁਐਸਚਨ, ਅਸ਼ੋਕ ਤੇ ਅਕਬਰ ਨੇ ਆਪਣੇ ਰਾਜ ਦੀਆਂ ਨੀਹਾਂ ਕਿਵੇਂ ਪੱਕੀਆਂ ਕੀਤੀਆਂ? ਕਿਵੇਂ ਪੱਕੀਆਂ ਕੀਤੀਆਂ ਸਨ? ਯੈਸ, ਸੇਮ ਆਨਸਰ, ਲੋਕਾਂ ਦੇ ਦਿਲਾਂ ਨੂੰ ਜਿੱਤ ਕੇ। ਸੈਕਿੰਡ ਕੁਐਸਚਨ ਕੀ ਹੈ? ਲੋਕਾਂ ਦੇ ਦਿਲਾਂ ਨੂੰ ਜਿੱਤ ਕੇ। ਥਰਡ ਕੁਐਸਚਨ, ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਕਿਹੜੇ ਲੋਕਾਂ ਦਾ ਜ਼ਿਕਰ ਕੀਤਾ ਗਿਆ ਹੈ? ਕਿਹੜੇ ਲੋਕਾਂ ਦਾ ਜ਼ਿਕਰ ਕੀਤਾ? ਜਿਹੜੇ ਲਾਸਟ ਤੇ ਲੋਕਾਂ ਦਾ ਜ਼ਿਕਰ ਆਇਆ ਹੈ ਨਾ ਬੇਟੇ। ਹਾਂਜੀ, ਅੰਸ਼ਿਕਾ। ਯੈਸ ਬੇਟੇ, ਅੰਸ਼ਿਕਾ, ਕਿਹੜੇ ਕਿਹੜੇ ਲੋਕਾਂ ਦਾ ਜ਼ਿਕਰ ਆਇਆ? ਯੈਸ ਯੈਸ ਯੈਸ, ਸਾਰੇ ਕਿਸਦੀ ਹਕੂਮਤ ਤੋਂ ਦੁਖੀ ਨੇ? ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸਨ। ਔਰੰਗਜ਼ੇਬ ਦੀ ਹਕੂਮਤ ਤੋਂ ਦੁਖੀ ਸਨ। ਠੀਕ ਹੈ ਬੱਚੇ, ਕਲੀਅਰ ਹੈ? ਨੈਕਸਟ ਕੁਐਸਚਨ ਹੈ, ਮੇਰਾ ਵੀ ਖਿਆਲ ਇਹੋ ਹੈ, ਖਾਸ ਕਾਸਦ ਨੂੰ ਭੇਜ ਕੇ। ਕਾਸਦ ਦਾ ਮਤਲਬ ਹੁੰਦਾ ਸੁਨੇਹਾ ਪਹੁੰਚਾਉਣ ਵਾਲਾ। ਕਾਸਦ ਦਾ ਨੋਟ ਕਰ ਲਓ ਮੀਨਿੰਗ। ਕਾਸਦ ਕਿਸ ਨੂੰ ਕਿਹਾ ਗਿਆ ਇਕਾਂਗੇ ਵਿੱਚ? ਸੁਨੇਹਾ ਪਹੁੰਚਾਉਣ ਵਾਲੇ ਨੂੰ। ਇਹ ਸਾਰੇ ਉਰਦੂ ਫਾਰਸੀ ਦੇ ਸ਼ਬਦ ਨੇ ਔਰ ਇਕਾਂਗੇ ਵਿੱਚ ਮੈਕਸਿਮਮ ਵਰਡਸ ਉਰਦੂ ਫਾਰਸੀ ਦੇ ਯੂਜ਼ ਹੋਏ ਨੇ। ਭੇਜ ਕੇ ਗੁਰੂ ਨੂੰ ਸੁਲਾਹ ਸਫਾਈ ਲਈ ਇੱਥੇ ਬੁਲਾਉਂਦਾ ਹਾਂ, ਉਹਨਾਂ ਦੀ ਹਿਫਾਜ਼ਤ ਦਾ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ। ਜਾਓ ਮੀਰ ਮੁਨਸ਼ੀ ਔਰ ਦਿਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ, ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ। ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਕੌਣ ਕਿਸ ਨੂੰ ਕਹਿੰਦਾ ਹੈ? ਔਰੰਗਜ਼ੇਬ
ਆਪਣੇ ਦਿਲੀ ਦੋਸਤ ਅਸਤ ਖਾਨ ਨੂੰ, ਜਿਹਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਰਿਹਾ ਹੈ। ਇਹ ਤੁਸੀਂ ਰੀਡਿੰਗ ਕਰੋਗੇ ਨਾ, ਫਿਰ ਤੁਹਾਨੂੰ ਪਤਾ ਚੱਲੇਗਾ। ਥਰਡ ਲਾਸਟ ਪੇਜ ਤੇ ਇਹ ਸ਼ਬਦ ਅਸਤ ਖਾਨ ਨੂੰ ਔਰੰਗਜ਼ੇਬ ਕਹਿੰਦਾ ਹੈ। ਅਗਲਾ ਕੁਐਸਚਨ ਹੈ, ਔਰੰਗਜ਼ੇਬ ਕਾਸਰ ਨੂੰ ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਕਿਹੜਾ ਕੰਮ ਕਰਨ ਲਈ ਬੁਲਾਉਂਦਾ ਹੈ? ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ, ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਜੀ ਨਾਲ ਸੁਲ੍ਹਾ ਸਫਾਈ ਕੀਤੀ ਜਾਵੇ, ਆਪਣੀਆਂ ਗਲਤੀਆਂ ਦੀ ਮਾਫੀ ਮੰਗ ਲਈ ਜਾਵੇ ਤੇ ਸੁਲ੍ਹਾ ਸਫਾਈ ਕੀਤੀ ਜਾਵੇ। ਦਰਬਾਰੇ ਖਾਸ ਵਿੱਚ ਕਿਹਨਾਂ ਨੂੰ ਹਾਜ਼ਰ ਹੋਣ ਲਈ ਕਿਹਾ ਗਿਆ ਹੈ? ਦੋ ਦੇ ਨਾਮ ਆਏ ਨੇ। ਕੌਣ? ਮੀਰ ਮੁਨਸ਼ੀ ਔਰ ਦਿਆਰ ਸਿੰਘ ਜੀ ਨੂੰ ਹਾਜ਼ਰ ਹੋਣ ਦੇ ਲਈ ਕਿਹਾ ਗਿਆ ਹੈ। ਅਗਲਾ ਥਰਡ ਪਾਰਟ, ਬੇਸ਼ੱਕ ਮੈਂ ਉਸਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ। ਪਰ ਵਜ਼ੀਰ ਖਾਨ ਨੇ ਮੇਰਾ ਨਾਮ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੋਹੀਨ ਕੀਤੀ ਹੈ, ਤੋਹੀਨ, ਬੇਇੱਜ਼ਤੀ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ? ਇਹ ਸ਼ਬਦ ਕੌਣ ਕਿਸ ਨੂੰ ਕਹਿੰਦਾ ਹੈ? ਇਹ ਸ਼ਬਦ ਵੀ ਸੇਮ, ਕਿਉਂਕਿ ਗੱਲਬਾਤ ਹੀ ਕਿੰਨਾ ਚ ਹੋ ਰਹੀ ਹੈ। ਇਹ ਜ਼ਫਰਨਾਮੇ ਦੇ ਬਾਬਤ ਕਿੰਨਾ ਚ ਗੱਲਬਾਤ ਹੋ ਰਹੀ ਹੈ? ਅਸਤ ਖਾਨ ਤੇ ਔਰੰਗਜ਼ੇਬ, ਕਿਉਂਕਿ ਔਰੰਗਜ਼ੇਬ ਅਸਤ ਖਾਨ ਨੂੰ ਆਪਣਾ ਜਿਗਰੀ ਦੋਸਤ ਮੰਨਦਾ ਹੈ। ਭਾਵੇਂ ਉਹ ਆਲਾ ਅਹਿਲਕਾਰ ਹੈ, ਪਰ ਉਸ ਤੋਂ ਵੱਧ ਕੇ ਵੀ ਉਹਦਾ ਜਿਗਰੀ ਦੋਸਤ ਹੈ। ਕਹਿੰਦਾ ਮੈਂ ਹੋਰ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕਰ ਸਕਦਾ ਜਿੰਨੀ ਕਿ ਮੈਂ ਅਸਤ ਖਾਨ ਨਾਲ ਕਰ ਸਕਦਾ, ਔਰ ਮੈਨੂੰ ਇਹ ਨੇਕ ਸਲਾਹ ਵੀ ਦੇਵੇਗਾ। ਮੇਰੀ ਜਿਹੜੀ ਸਲਤਨਤ ਹੈ ਉਹਨੂੰ ਮਜ਼ਬੂਤ ਕਰਨ ਵਿੱਚ ਇਹਦਾ ਵੀ ਬਹੁਤ ਵੱਡਾ ਹੱਥ ਹੈ, ਬਹੁਤ ਵੱਡਾ ਯੋਗਦਾਨ ਹੈ। ਇਸ ਕਰਕੇ ਉਹ ਕਿਹਨੂੰ ਕਹਿੰਦਾ ਹੈ? ਔਰੰਗਜ਼ੇਬ ਨੇ ਇਹ ਅਸਤ ਖਾਨ ਨੂੰ ਸ਼ਬਦ ਕਹੇ ਨੇ। ਇਹਨਾਂ ਸਤਰਾਂ ਵਿਚਲੇ ਉਸਦੇ ਬਾਪ ਕਿਸ ਸ਼ਖਸੀਅਤ ਵੱਲ ਇਸ਼ਾਰਾ ਕਰਦੇ ਹਨ? ਉਸਦੇ ਬਾਪ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਵੱਲ ਇਸ਼ਾਰਾ ਕੀਤਾ ਗਿਆ ਹੈ। ਗੁਰੂ ਤੇਗ ਬਹਾਦਰ ਜੀ ਵੱਲ ਕਹਿੰਦਾ ਮੈਂ ਮੰਨਦਾ ਹਾਂ, ਮੈਂ ਕਤਲ ਦਾ ਹੁਕਮ ਦਿੱਤਾ ਸੀ, ਸੀਸ ਕਟਵਾਉਣ ਦਾ ਹੁਕਮ ਦਿੱਤਾ ਸੀ ਕਿ ਇਹਨਾਂ ਦਾ ਸੀਸ ਕਤਲ ਕਰ ਦਿੱਤਾ ਜਾਵੇ, ਪਰ ਉਹ ਕਹਿੰਦਾ ਮੁਲਕੀ ਮਾਮਲਾ ਸੀ। ਥਰਡ ਕੁਐਸਚਨ, ਵਜ਼ੀਰ ਖਾਨ ਨੇ ਔਰੰਗਜ਼ੇਬ ਦਾ ਨਾਮ ਕਿਵੇਂ ਬਦਨਾਮ ਕੀਤਾ? ਔਰੰਗਜ਼ੇਬ ਦੇ ਨਾਂ ਤੇ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੰਦਪੁਰ ਦਾ ਕਿਲਾ ਛੱਡਣ ਤੇ ਮਜਬੂਰ ਕੀਤਾ ਤੇ ਪਿੱਛੋਂ ਉਹਨਾਂ ਤੇ ਹਮਲਾ ਕਰਵਾ ਦਿੱਤਾ। ਪਿੱਛੋਂ ਕੀ ਕਰਵਾ ਦਿੱਤਾ? ਹਮਲਾ ਕਰਵਾ ਦਿੱਤਾ। ਕਲੀਅਰ ਹੈ ਬੇਟੇ? ਨੈਕਸਟ ਕੁਐਸਚਨਸ ਜਿਹੜੇ ਐਕਸਟਰਾ ਕੁਐਸਚਨਸ ਕਰਨੇ ਹਨ। ਜ਼ਫਰਨਾਮਾ ਕੀ ਹੈ? ਨੋਟ ਕਰ ਲਓ, ਜ਼ਫਰਨਾਮਾ ਕੀ ਹੈ। ਇਹ ਮੈਂ ਜਿਹੜੇ 1 ਮਾਰਕ ਕੁਐਸਚਨ ਦਵਾਂ ਭੇਜਾਂਗੀ, ਉਤੋਂ ਹਟ ਕੇ ਇੱਕ ਜਾਂ ਦੋ ਸ਼ਬਦਾਂ ਵਿੱਚ ਆਨਸਰ ਦੇਣਾ ਹੈ। ਔਰੰਗਜ਼ੇਬ ਨੂੰ ਲਿਖਿਆ ਗਿਆ ਖੱਤ ਹੈ, ਕਿਹਦੇ ਵੱਲੋਂ? ਗੁਰੂ ਗੋਬਿੰਦ ਸਿੰਘ ਜੀ ਵੱਲੋਂ। ਇਹ ਖੱਤ ਕਿਹਦੇ ਰਾਹੀਂ ਭੇਜਿਆ ਗਿਆ? ਭਾਈ ਦਇਆ ਸਿੰਘ ਜੀ ਦੇ ਹੱਥ ਔਰੰਗਜ਼ੇਬ ਨੂੰ ਭੇਜਿਆ ਗਿਆ। ਜੇ 4-5 ਸਤਰਾਂ ਚ ਆਏ, ਇਹਦੇ ਵਿੱਚ ਕੀ ਕਿਹਾ ਗਿਆ? ਇਸ ਖੱਤ ਨੂੰ ਜ਼ਫਰਨਾਮਾ ਕਿਹਾ ਗਿਆ ਕਿਉਂਕਿ ਇਸ ਖੱਤ ਵਿੱਚ ਔਰੰਗਜ਼ੇਬ ਦੇ ਕਿਤੇ ਮਾੜੇ ਕਾਰਨਾਮਿਆਂ, ਕਿਤੇ ਗੁਨਾਹਾਂ ਤੇ ਉਸ ਨੂੰ ਲਾਹਨਤਾਂ ਪਾਈਆਂ ਗਈਆਂ ਨੇ। ਜਦੋਂ ਇਹ ਜ਼ਫਰਨਾਮਾ ਔਰੰਗਜ਼ੇਬ ਕੋਲ ਪਹੁੰਚਿਆ, ਔਰੰਗਜ਼ੇਬ ਨੇ ਪੜ੍ਹ ਕੇ ਸੁਣਾਇਆ ਤਾਂ ਉਸਦੀ ਰੂਹ ਕੰਬ ਗਈ ਕਿ ਉਹਨੇ ਗੁਰੂ ਜੀ ਦੇ ਨਾਲ ਧੋਖਾ ਕੀਤਾ। ਇਹ ਵੱਡਾ ਕੁਐਸਚਨ 4 ਨੰਬਰ ਦਾ ਵੀ ਬਣਨਾ ਕਿ ਜ਼ਫਰਨਾਮਾ ਕਿਸ ਵੱਲੋਂ ਕਿਸ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਕੀ ਕੁਝ ਲਿਖਿਆ ਗਿਆ। ਕਲੀਅਰ ਹੈ ਬੇਟੇ? ਸਮਝ ਆ ਗਈ ਬੱਚੇ? ਨੈਕਸਟ, ਜ਼ਫਰਨਾਮਾ ਇਕਾਂਗੀ ਦਾ ਸਿਰਲੇਖ ਢੁਕਵਾਂ ਹੈ ਜਾਂ ਨਹੀਂ? ਇਸ ਇਕਾਂਗੀ ਦਾ ਸਿਰਲੇਖ ਜ਼ਫਰਨਾਮਾ ਬਿਲਕੁਲ ਢੁਕਵਾਂ ਹੈ। ਜ਼ਫਰਨਾਮਾ ਇਸ ਇਕਾਂਗੀ ਦੇ ਵਿੱਚ ਇੱਕ ਖੱਤ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀ। ਇਸ ਖੱਤ ਦੇ ਰਾਹੀਂ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਉਸਤੇ ਕੀਤੇ ਅਮਲਾਂ, ਉਸਤੇ ਕੀਤੇ ਕਰਮਾਂ, ਉਸਤੇ ਕੀਤੀਆਂ ਹੋਈਆਂ ਕਰਤੂਤਾਂ ਤੇ ਲਾਹਨਤਾਂ ਪਾਈਆਂ ਹਨ। ਇਸ ਖੱਤ ਨੇ ਔਰੰਗਜ਼ੇਬ ਦੇ ਜ਼ਮੀਰ ਨੂੰ, ਰੂਹ ਨੂੰ ਹਲੂਣ ਕੇ ਰੱਖ ਦਿੱਤਾ ਤੇ ਉਸ ਨੂੰ ਅਹਿਸਾਸ ਹੋਇਆ ਕਿ ਉਸ ਤੋਂ ਬਹੁਤ ਵੱਡਾ ਗੁਰੂ ਜੀ ਦੇ ਨਾਲ ਧੋਖਾ ਹੋ ਗਿਆ ਹੈ ਔਰ ਆਪਣੀ ਗਲਤੀ ਨੂੰ ਉਹ ਮਹਿਸੂਸ ਕਰਦਾ ਹੈ, ਪਰ ਉਹ ਬੇਵੱਸ ਤੇ ਲਾਚਾਰ ਹੈ। ਇਹਨਾਂ ਗੱਲਾਂ ਕਰਕੇ ਇਸ ਇਕਾਂਗੀ ਦਾ ਸਿਰਲੇਖ ਜ਼ਫਰਨਾਮਾ ਬਿਲਕੁਲ ਢੁਕਵਾਂ ਹੈ। ਸੋ ਬੇਟੇ ਤੁਸੀਂ ਇੱਕ ਵਾਰੀ ਇਹ ਚੈਪਟਰ ਚੰਗੀ ਤਰ੍ਹਾਂ ਰੀਡ ਕਰ ਲੈਣਾ। ਅਗਲੀ ਨੈਕਸਟ ਕਲਾਸ ਦੇ ਵਿੱਚ ਆਪਾਂ ਅਣਡਿੱਠੀ ਕਾਵਿ ਟੁਕੜੀ ਦੀ ਪ੍ਰੈਕਟਿਸ ਕਰਨੀ ਹੈ ਔਰ ਗ੍ਰਾਮਰ ਦੇ ਟੌਪਿਕ ਕਰਨੇ ਨੇ ਔਰ ਜ਼ਫਰਨਾਮਾ ਇਕਾਂਗੀ ਦੇ ਪਾਤਰਾਂ ਦੀ ਪਾਤਰ ਉਸਾਰੀ ਕਰਨੀ ਹੈ। ਕਲੀਅਰ ਹੈ ਬੱਚੇ? ਥੈਂਕ ਯੂ ਸੋ ਮਚ ਬੇਟੇ।